ਤੇ ਜਦੋਂ ਮੇਰੇ ਘਰ ਦੇ ਮੈਨੂੰ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਉਣ ਦੇ ਲਈ ਲੈ ਕੇ ਜਾਂਦੇ ਸੀਗੇ ਕਿ ਸਕੂਲਾਂ ਦੇ ਵਿੱਚ ਮੈਨੂੰ ਐਡਮਿਸ਼ਨ ਹੀ ਨਹੀਂ ਦਿੱਤੀ ਜਾ ਰਹੀ ਸੀਗੀ, ਮੈਂ ਖਿੜਕੀ ਦੇ ਵਿੱਚੋਂ ਆਪਣੀ ਟਰਾਈਸਾਈਕਲ ਲਗਾ ਕੇ ਸਾਹਮਣੇ ਬੋਰਡ ਦੇ ਉੱਤੇ ਕੀ ਲਿਖਿਆ ਜਾ ਰਿਹਾ ਹੁੰਦਾ ਸੀ, ਇਸ ਤਰ੍ਹਾਂ ਪੜ੍ਹਾਈ ਕਰਦਾ ਹੁੰਦਾ ਸੀਗਾ। ਤੇ ਮੇਰੀ ਟਰਾਈਸਾਈਕਲ ਤੇ ਮੈਂ ਦੋਵੇਂ ਹੀ ਉਹਦੇ ਵਿੱਚ ਗਿਰ ਗਏ। ਬਿਕੋਜ਼ ਹੈਲਪ ਦੇ ਲਈ ਮੇਰੇ ਕੋਲ ਆਸੇ-ਪਾਸੇ ਕੋਈ ਵੀ ਨਹੀਂ ਸੀਗਾ। ਮੈਂ ਬੜੀ ਮੁਸ਼ਕਿਲ ਦੇ ਨਾਲ ਆਪਣੇ ਆਪ ਨੂੰ ਖੱਡੇ ਵਿੱਚੋਂ ਕੱਢਿਆ। ਮੈਂ ਪੂਰੀ ਤਰ੍ਹਾਂ ਚਿੱਕੜ ਦੇ ਨਾਲ ਲਿਬੜ ਚੁੱਕਾ ਸੀਗਾ। ਟਰਾਈਸਾਈਕਲ ਆਪਣੀ ਬਾਹਰ ਕੱਢੀ। ਮੈਂ ਡਿਸਾਈਡ ਕਰ ਲਈ ਉਦੋਂ ਇੱਕ ਚੀਜ਼ ਕਿ ਮੈਂ ਜ਼ਿੰਦਗੀ ਦੇ ਵਿੱਚ ਕਦੀ ਵੀ ਹਾਰ ਨਹੀਂ ਮੰਨਾਂਗਾ। ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਹਾਦਸੇ ਇੱਦਾਂ ਦੇ ਹੋ ਜਾਂਦੇ ਨੇ ਜੋ ਸਾਨੂੰ ਤੋੜ ਕੇ ਰੱਖ ਦਿੰਦੇ ਨੇ, ਤੇ ਮੇਰੇ ਨਾਲ ਤੇ ਇਹ ਹਾਦਸਾ ਬੜੀ ਛੋਟੀ ਉਮਰ ਦੇ ਵਿੱਚ ਹੀ ਹੋ ਗਿਆ ਸੀ। ਮੇਰਾ ਨਾਮ ਹੈ ਗੁਰਨੇਸ਼ ਕੁਮਾਰ। ਮੈਂ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਹਾਂ। ਤੇ ਮੇਰੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਮੈਂ 5 ਸਾਲ ਦਾ ਸੀ। ਮੈਂ 5 ਸਾਲ ਦਾ ਸੀ, ਉਸ ਵਕਤ ਮੈਂ ਸਕੂਲ ਤੋਂ ਆਇਆ ਤੇ ਮੈਂ ਆ ਕੇ ਕੰਪਲੇਨ ਕੀਤੀ ਆਪਣੇ ਘਰਦਿਆਂ ਨੂੰ ਕਿ ਮੇਰੀ ਜਿਹੜੀਆਂ ਲੱਤਾਂ ਨੇ ਉਹਨਾਂ ਦੇ ਵਿੱਚ ਪੇਨ ਹੋ ਰਹੀ ਹੈ ਤੇ ਮੈਨੂੰ ਇੱਦਾਂ ਮਹਿਸੂਸ ਹੋ ਰਿਹਾ ਹੈ ਜਿਵੇਂ ਉਹਨਾਂ ਨੂੰ ਕੀੜੀਆਂ ਉਹਨਾਂ ਨੂੰ ਕੱਟ ਰਹੀਆਂ ਨੇ। ਤੇ ਮੇਰੇ ਘਰਦਿਆਂ ਨੇ ਜਿੱਦਾਂ ਬੱਚਿਆਂ ਦੀ ਗੱਲਾਂ ਨੂੰ ਨਾਰਮਲੀ ਲੈਂਦੇ ਨੇ, ਉਹਨਾਂ ਨੇ ਮੈਨੂੰ ਸਿੰਪਲ ਇੱਕ ਲੋਕਲ ਡਾਕਟਰ ਦੇ ਕੋਲ ਲੈ ਗਏ। ਤੇ ਲੋਕਲ ਡਾਕਟਰ ਦੇ ਕੋਲ ਲਿਜਾਣ ਤੋਂ ਬਾਅਦ ਉਹਨਾਂ ਨੇ ਜਸਟ ਮੈਨੂੰ ਸਿੰਪਲ ਪੇਨ ਕਿਲਰ ਦੇ ਦਿੱਤੀਆਂ, ਬਟ ਮੇਰਾ ਉਹ ਦਰਦ ਘੱਟ ਨਹੀਂ ਹੋ ਰਿਹਾ ਸੀਗਾ। ਪੂਰੀ ਰਾਤ ਮੈਂ ਦਰਦ ਦੇ ਨਾਲ ਤੜਪਦਾ ਰਿਹਾ। ਮੈਨੂੰ ਮੇਰੀ ਮਾਂ ਦੱਸਦੀ ਹੈ ਕਿ ਪੂਰੀ ਰਾਤ ਉਹ ਮੈਨੂੰ ਗੋਦੀ ਦੇ ਵਿੱਚ ਲੈ ਕੇ ਬੈਠੇ ਰਹੇ ਤੇ ਪਿਤਾ ਜੀ ਆਏ ਤੇ ਉਹਨਾਂ ਨੇ ਵੀ ਕਿਹਾ ਕਿ ਕੋਈ ਗੱਲ ਨਹੀਂ, ਅਸੀਂ ਮਾਰਨਿੰਗ ਇਹਨੂੰ ਕਿਸੇ ਡਾਕਟਰ ਦੇ ਕੋਲ ਲੈ ਜਾਵਾਂਗੇ ਤੇ ਪੂਰੀ ਰਾਤ ਆਪਾਂ ਕੱਟ ਲੈਂਦੇ ਹਾਂ, ਕੋਈ ਉਹਦੇ ਵਿੱਚ ਵੱਡੀ ਗੱਲ ਨਹੀਂ ਹੈ। ਤੇ ਮੈਂ ਥੋੜ੍ਹੀ ਦੇਰ ਲਈ ਹੀ ਸੁੱਤਾ ਤੇ ਜਦੋਂ ਸਵੇਰੇ ਉੱਠਿਆ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਇਹਨੂੰ ਤਿਆਰ ਕਰਦੇ ਹਾਂ ਤੇ ਇਹਨੂੰ ਕਿਸੇ ਡਾਕਟਰ ਦੇ ਕੋਲ ਲੈ ਕੇ ਅਸੀਂ ਚਲੇ ਜਾਂਦੇ ਹਾਂ। ਤੇ ਮੈਨੂੰ ਲੋਕਲ ਜਿਹੜੇ ਡਾਕਟਰ ਸੀਗੇ ਹਸਪੀਟਲ ਦੇ, ਉਹਨਾਂ ਦੇ ਕੋਲ ਲਿਜਾਣ ਦੇ ਲਈ ਜਦੋਂ ਉਹਨਾਂ ਨੇ ਤਿਆਰ ਕੀਤਾ ਤੇ ਉਹਨਾਂ ਨੇ ਨੋਟਿਸ ਕੀਤਾ ਕਿ ਮੈਂ ਆਪਣੀ ਲੱਤਾਂ ਦੇ ਉੱਤੇ ਬਿਲਕੁਲ ਵੀ ਭਾਰ ਨਹੀਂ ਪਾ ਰਿਹਾ ਤੇ ਮੈਨੂੰ ਉਹਨਾਂ ਨੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਡਿੱਗੀ ਜਾ ਰਿਹਾ ਸੀ। ਤੇ ਇਦਾਂ ਦੀ ਸਿਚੁਏਸ਼ਨ ਦੇਖਣ ਤੋਂ ਬਾਅਦ ਮੇਰੇ ਘਰ ਦੇ ਬਹੁਤ ਹੀ ਜ਼ਿਆਦਾ ਅਪਸੈਟ ਹੋ ਗਏ। ਘਰ ਦੇ ਵਿੱਚ ਮਾਹੌਲ ਕਾਫੀ ਖਰਾਬ ਹੋ ਗਿਆ ਕਿ ਇਹ ਕੀ ਹੋ ਗਿਆ ਹੈ। ਤੇ ਉਹਨਾਂ ਨੇ ਮੈਨੂੰ ਫਟਾਫਟ ਜਿਹੜੇ ਸਾਡੇ ਨੇੜੇ ਦੇ ਹਸਪੀਟਲ ਸੀ ਉੱਥੇ ਲੈ ਕੇ ਗਏ। ਮੈਨੂੰ ਇੱਕ ਤੋਂ ਬਾਅਦ ਦੂਸਰੇ ਹਸਪੀਟਲ ਦੇ ਵਿੱਚ, ਦੂਸਰੇ ਤੋਂ ਬਾਅਦ ਤੀਸਰੇ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ। ਲੁਧਿਆਣੇ ਦੇ 24 ਤੋਂ 48 ਘੰਟੇ ਦੇ ਵਿੱਚ ਮੈਂ ਅਲੱਗ-ਅਲੱਗ ਹਸਪੀਟਲ ਦੇ ਵਿੱਚ ਰਿਹਾ। ਤੇ ਬਟ ਮੇਰੀ ਜਿਹੜੀ ਪ੍ਰੋਬਲਮ ਸੀਗੀ ਉਹ ਕਿਸੇ ਡਾਕਟਰ ਨੂੰ ਸਮਝ ਨਹੀਂ ਆ ਰਹੀ ਸੀ ਤੇ ਮੈਨੂੰ ਇਸ ਤੋਂ ਬਾਅਦ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਉੱਥੇ ਮੈਂ 4 ਤੋਂ 6 ਮਹੀਨੇ ਰਿਹਾ। ਉੱਥੇ ਡਾਕਟਰਾਂ ਨੇ ਮੇਰਾ ਇਲਾਜ ਕੀਤਾ ਤੇ ਮੇਰੀ ਬਿਮਾਰੀ ਨੂੰ ਸਮਝਣ ਲਈ ਉਹਨਾਂ ਨੇ ਮੇਰੇ ਸਪਾਈਨਲ ਕੋਰਡ ਦੇ ਵਿੱਚੋਂ ਵੀ ਉਹਨਾਂ ਨੇ ਇੰਜੈਕਸ਼ਨ ਲਗਾ ਕੇ ਰਿਸਰਚ ਕੀਤੀ ਤੇ ਉਹਨਾਂ ਨੂੰ ਕਾਫੀ ਥਿੰਗਸ ਦੇਖਣ ਤੋਂ ਬਾਅਦ ਪਤਾ ਚੱਲਿਆ ਕਿ ਜਿਹੜਾ ਇਹਦੀ ਬਿਮਾਰੀ ਹੈ ਉਹਦੀ ਮੇਰੀ ਕਮਰ ਤੋਂ ਨੀਚੇ ਵਾਲਾ ਜਿਹੜਾ ਸਾਰਾ ਪਾਰਟ ਹੈ ਉਹ ਉਸ ਨੂੰ ਡੈਡ ਕਰ ਚੁੱਕੀ ਹੈ। ਤੁਸੀਂ ਆਪ ਸੋਚੋ ਕਿ ਇੱਕ ਬੰਦਾ ਜੋ ਕਿ ਇੱਕ ਸਧਾਰਨ ਫੈਮਿਲੀ ਦੇ ਵਿੱਚੋਂ ਆਇਆ ਹੈ, ਜਿਨ੍ਹਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਬਿਲਕੁਲ ਵੀ ਸਟਰੋਂਗ ਨਹੀਂ ਹੈ, ਉਹ ਉਹਨਾਂ ਮਹਿੰਗੇ ਹਸਪਤਾਲਾਂ ਦਾ ਇਲਾਜ ਕਿੱਥੋਂ ਐਫਰਟ ਕਰ ਸਕਦਾ ਹੈ, ਕਿੱਥੋਂ ਕਰਵਾ ਸਕਦਾ ਹੈ ਕਿ ਉਹ ਇਲਾਜਾਂ ਦੇ ਲਈ ਪੈਸਾ ਕਿੱਥੋਂ ਲੈ ਕੇ ਆਵੇਗਾ। ਤੇ ਮੈਨੂੰ ਵੀ ਕੁਝ ਇੱਦਾਂ ਦੀਆਂ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਕਿ ਮੈਂ ਸਾਡੇ ਘਰ ਦੇ ਸਧਾਰਨ ਹਾਲਾਤ ਸੀ ਕਿ ਪੈਸਾ ਬਿਲਕੁਲ ਵੀ ਨਹੀਂ ਸੀ ਕਿ ਮੈਨੂੰ ਉਹਨਾਂ ਇਲਾਜ ਦੇ ਲਈ ਪੈਸਾ ਕਦੀ ਕਿਸੇ ਤੋਂ ਮੰਗਣਾ ਪੈ ਰਿਹਾ ਸੀ, ਕਦੀ ਕਿਸੇ ਤੋਂ ਸਾਨੂੰ ਕਰਜ਼ੇ ਲੈਣੇ ਪੈ ਰਹੇ ਸੀ। ਸੋ ਇਹ ਵੀ ਪ੍ਰੋਬਲਮਾਂ ਮੈਨੂੰ ਫੇਸ ਕਰਨੀਆਂ ਪਈਆਂ। ਤੇ ਜਦੋਂ ਮੇਰੇ ਸੁਜੈਸ਼ਨ ਦਿੱਤਾ ਗਿਆ ਕਿ ਤੁਸੀਂ ਇਹਨੂੰ ਪੜ੍ਹਾਓ ਜ਼ਰੂਰ, ਇਹਨੂੰ ਸਕੂਲ ਦੇ ਵਿੱਚ ਕਿਸੇ ਨਾ ਕਿਸੇ ਐਡਮਿਸ਼ਨ ਕਰਵਾਓ। ਤੇ ਜਦੋਂ ਮੇਰੇ ਘਰ ਦੇ ਮੈਨੂੰ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਉਣ ਦੇ ਲਈ ਲੈ ਕੇ ਜਾਂਦੇ ਸੀਗੇ ਤੇ ਉੱਥੇ ਕੀ ਹੁੰਦਾ ਸੀਗਾ ਕਿ ਸਕੂਲ ਵਾਲੇ ਮੈਨੂੰ ਮਨਾ ਕਰ ਦਿੰਦੇ ਸੀਗੇ। ਉਹ ਕਹਿੰਦੇ ਸੀਗੇ ਕਿ ਇਹ ਫੁੱਲੀ ਡਿਪੈਂਡੈਂਟ ਹੈ, ਇਹ ਇਹਨੂੰ ਚੱਕਣਾ ਪਏਗਾ, ਇਹਨੂੰ ਇੱਕ ਕੇਅਰ ਟੇਕਰ ਦੀ ਜ਼ਰੂਰਤ ਹੈ, ਇਹ ਸਾਰੇ ਕੰਮ ਆਪਣੇ ਆਪ ਨਹੀਂ ਕਰ ਸਕਦਾ ਹੈ। ਤੇ ਇੱਦਾਂ ਦੀਆਂ ਪ੍ਰੋਬਲਮਾਂ ਵੀ ਮੈਨੂੰ ਦੇਖਣੀਆਂ ਪਈਆਂ ਕਿ ਸਕੂਲਾਂ ਦੇ ਵਿੱਚ ਮੈਨੂੰ ਐਡਮਿਸ਼ਨ ਹੀ ਨਹੀਂ ਦਿੱਤੀ ਜਾ ਰਹੀ ਸੀਗੀ ਕਿ ਇੱਕ ਬੱਚਾ ਜੋ ਪੜ੍ਹਨਾ ਚਾਹ ਰਿਹਾ ਹੈ, ਜੋ ਕਿ ਫਾਈਨੈਂਸ਼ੀਅਲੀ ਨਹੀਂ ਵੀ ਸਟਰੋਂਗ ਹੈ, ਉਹਦਾ ਦਿਮਾਗ ਠੀਕ ਹੈ, ਉਹਦੇ ਹੱਥ ਅੱਛੇ ਤਰੀਕੇ ਦੇ ਨਾਲ ਵਰਕ ਕਰ ਰਹੇ ਹਨ, ਬਟ ਉਹ ਚੀਜ਼ਾਂ ਵੀ ਇਹ ਸਾਡੇ ਸਮਾਜਿਕ ਪੱਧਰ ਦੇ ਉੱਤੇ ਨਹੀਂ ਸੋਚੀਆਂ ਜਾ ਰਹੀਆਂ ਸੀ। ਚਲੋ ਲੱਕਲੀ ਮੈਨੂੰ ਬਹੁਤ ਕਿਸਮਤ ਦੇ ਅਕੋਰਡਿੰਗ ਮੈਨੂੰ ਗਵਰਨਮੈਂਟ ਸਕੂਲ ਦੇ ਵਿੱਚ 6ਵੀਂ ਕਲਾਸ ਦੇ ਵਿੱਚ ਐਡਮਿਸ਼ਨ ਮਿਲ ਗਈ। ਲੇਕਿਨ ਮੇਰਾ ਸਫ਼ਰ ਇੱਥੇ ਹੀ ਨਹੀਂ, ਇੱਥੇ ਮੇਰੀਆਂ ਮੁਸੀਬਤਾਂ ਅਲੱਗ ਲੈਵਲ ਤੋਂ ਹੀ ਸਟਾਰਟ ਹੋ ਗਈਆਂ ਕਿਉਂਕਿ ਮੈਂ ਜਦੋਂ ਟਰਾਈਸਾਈਕਲ ਦੇ ਉੱਤੇ ਮੈਨੂੰ ਲੈ ਤਾਂ ਜਾਂਦੇ ਹੁੰਦੇ ਸੀਗੇ ਮੇਰੇ ਜਿਹੜੇ ਦੋਸਤ ਮਿੱਤਰ ਹੁੰਦੇ ਸੀਗੇ ਸਕੂਲ ਦੇ ਵਿੱਚ, ਲੇਕਿਨ ਸਕੂਲਾਂ ਦੇ ਕਮਰੇ ਇੰਨੇ ਛੋਟੇ ਹੁੰਦੇ ਸੀਗੇ ਕਿ ਮੇਰੀ ਟਰਾਈਸਾਈਕਲ ਉਹਨਾਂ ਦੇ ਵਿੱਚ ਆ ਹੀ ਨਹੀਂ ਸਕਦੀ ਸੀਗੀ। ਤੇ ਇਹ ਪ੍ਰਭਾਵ ਇਹ ਹੋਇਆ ਕਿ ਉਹ ਮੈਨੂੰ ਕਹਿੰਦੇ ਸੀਗੇ ਕਿ ਇਹਨੂੰ ਤੁਸੀਂ ਬਾਹਰ ਖੜਾ ਦਿਆ ਕਰੋ। ਫਿਰ ਮੈਂ ਖਿੜਕੀ ਦੇ ਵਿੱਚੋਂ ਆਪਣੀ ਟਰਾਈਸਾਈਕਲ ਲਗਾ ਕੇ ਸਾਹਮਣੇ ਬੋਰਡ ਦੇ ਉੱਤੇ ਕੀ ਲਿਖਿਆ ਜਾ ਰਿਹਾ ਹੁੰਦਾ ਸੀ, ਇਸ ਤਰ੍ਹਾਂ ਪੜ੍ਹਾਈ ਕਰਦਾ ਹੁੰਦਾ ਸੀਗਾ। ਮੁਸ਼ਕਿਲਾਤ ਮੇਰੇ ਲਈ ਉਦੋਂ ਹੋ ਜਾਂਦੇ ਸੀਗੇ ਜਦੋਂ ਧੁੰਦ ਦਾ ਟਾਈਮ ਹੋਣਾ, ਜਦੋਂ ਸਰਦੀਆਂ ਬਹੁਤ ਜ਼ਿਆਦਾ ਆ ਜਾਣੀਆਂ ਤੇ ਮੇਰੇ ਲਈ ਮੁਸ਼ਕਿਲ ਹੋ ਜਾਣੀ ਕਿ ਮੈਂ ਬਾਹਰ ਖੜ੍ਹ ਕੇ ਪੜ੍ਹ ਸਕਾਂ। ਤੇ ਇੱਥੇ ਤੱਕ ਕਿ ਮੇਰੇ ਜਿਹੜੇ ਅਧਿਆਪਕ ਹੀ ਸੀਗੇ ਉਹੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਬੇਟਾ
ਤੂੰ ਨਾ ਘਰ ਬੈਠ ਕੇ ਹੀ ਪੜ੍ਹ ਲਿਆ ਕਰ, ਤੂੰ ਇੱਥੇ ਨਾ ਹੀ ਆਇਆ ਕਰ ਤਾਂ ਜ਼ਿਆਦਾ ਵਧੀਆ ਹੈ। ਤੇ ਮੈਂ ਕੀ ਕਰਦਾ ਹੁੰਦਾ ਸੀ ਕਿ ਮੈਂ ਹਫਤੇ ਦੇ ਵਿੱਚ 2 ਕੁ ਦਿਨ ਸਕੂਲ ਦੇ ਵਿੱਚ ਚਲੇ ਜਾਣਾ, ਕੁਝ ਸਿੱਖ ਆਉਣਾ, ਤੇ ਬਾਕੀ ਮੈਂ ਖੁਦ ਹੀ ਕਿਤਾਬਾਂ ਦੇ ਵਿੱਚ ਖੁਦ ਹੀ ਪੜ੍ਹਦਾ ਹੁੰਦਾ ਸੀ, ਖੁਦ ਹੀ ਉਹਨਾਂ ਦੇ ਉੱਤੇ ਰਿਸਰਚ ਕਰਕੇ ਕਿ ਕਿੱਦਾਂ ਫਾਰਮੂਲੇ ਬਣਦੇ ਨੇ, ਮੈਂ ਖੁਦ ਹੀ ਉਹਨਾਂ ਦੇ ਉੱਤੇ ਦੇਖਦਾ ਸੀਗਾ। ਤੇ 9ਵੀਂ 10ਵੀਂ ਦੇ ਵਿੱਚ ਆ ਕੇ ਜਦੋਂ ਇੱਕ ਮੈਚੋਰ, ਜਦੋਂ ਤੁਸੀਂ ਕਹਿ ਲਓ ਜਿਹੜੇ ਬੱਚੇ ਦਾ ਮਾਈਂਡ ਥੋੜ੍ਹਾ ਜਿਹਾ ਇੰਨਾ ਡਿਵੈਲਪ ਹੋ ਚੁੱਕਾ ਹੁੰਦਾ ਵਾ ਕਿ ਉਹਨੂੰ ਆਪਣੇ ਘਰ ਦੀਆਂ ਕੰਡੀਸ਼ਨਾਂ ਸਮਝ ਆ ਰਹੀਆਂ ਹੁੰਦੀਆਂ ਨੇ, ਤੇ ਮੈਨੂੰ ਵੀ ਦਿਖ ਰਿਹਾ ਸੀਗਾ ਕਿ ਘਰ ਦੇ ਵਿੱਚ ਸਿਰਫ ਮੇਰੇ ਪਿਤਾ ਜੀ ਹੀ ਹਨ ਜੋ ਕਿ ਫਾਈਨੈਂਸ਼ੀਅਲੀ ਹੈਲਪ ਕਰ ਰਹੇ ਨੇ, ਕੰਮ ਕਰ ਰਹੇ ਨੇ, ਪ੍ਰਾਈਵੇਟ ਜੌਬ ਕਰ ਰਹੇ ਨੇ, ਤੇ ਹੋਰ ਕੋਈ ਸੋਰਸ ਆਫ ਇਨਕਮ ਘਰ ਦੇ ਵਿੱਚ ਹੈ ਹੀ ਨਹੀਂ ਸੀ, ਆਮਦਨ ਦਾ ਹੋਰ ਕੋਈ ਜ਼ਰੀਆ ਨਹੀਂ ਸੀ। ਤੇ ਉੱਪਰੋਂ ਦੀ ਬਿਮਾਰੀ, ਠੀਕ ਹੈ, ਛੋਟਾ ਭਰਾ, ਉਹਨਾਂ ਦੀਆਂ ਪੜ੍ਹਾਈਆਂ, ਵੱਡੀ ਭੈਣ, ਸੋ ਇਹ ਸਾਰੀਆਂ ਚੀਜ਼ਾਂ ਦੇ ਅਕੋਰਡਿੰਗ ਮੇਰੀ ਜਿਹੜੀਆਂ ਪ੍ਰੋਬਲਮਾਂ ਸੀਗੀਆਂ, ਮੇਰੀਆਂ ਮੁਸੀਬਤਾਂ ਸੀਗੀਆਂ, ਮੈਨੂੰ ਲੱਗ ਰਿਹਾ ਸੀਗਾ ਕਿ ਇਹ ਵੱਧਦੀਆਂ ਜਾਣਗੀਆਂ ਅਗਰ ਮੈਂ ਕੋਈ ਸਹੀ ਡਿਸੀਜ਼ਨ ਨਹੀਂ ਲਿੱਤਾ ਤਾਂ। ਤੇ ਮੈਂ ਦੇਖਿਆ ਕਿ ਮੈਂ ਆਪਣੇ ਦਿਮਾਗ ਦੇ ਨਾਲ ਪੜ੍ਹਾਈ ਵਾਲੇ ਜਿਹੜੇ ਪੱਖ ਦੇ ਵਿੱਚੋਂ ਬਹੁਤ ਜ਼ਿਆਦਾ ਸਟਰੋਂਗ ਸੀਗਾ, ਤੇ ਮੈਂ ਕੀ ਕਰਦਾ ਸੀਗਾ, ਮੈਂ ਜਿਹੜੇ ਮੇਰੇ ਲੋਕਲ ਆਸ-ਪਾਸ ਦੇ ਬੱਚੇ ਸੀਗੇ, ਉਹ ਮੇਰੇ ਕੋਲ 10ਵੀਂ ਕਲਾਸ ਦੇ ਵਿੱਚ ਹੀ ਜਦੋਂ ਮੈਂ ਪੜ੍ਹਦਾ ਸੀਗਾ, ਛੋਟੇ ਬੱਚੇ ਮੇਰੇ ਕੋਲ ਆਉਣੇ ਸ਼ੁਰੂ ਹੋ ਗਏ। ਮੈਨੂੰ ਅੱਜ ਵੀ ਯਾਦ ਹੈ ਕਿ ਮੇਰੀ ਜਿਹੜੀ ਪਹਿਲੀ ਆਮਦਨ ਸੀ ਉਹ 145 ਰੁਪਏ ਸੀਗੀ, ਤੇ ਮੈਂ ਬੜਾ ਖੁਸ਼ ਹੋਇਆ ਸੀਗਾ ਕਿ ਮੈਨੂੰ ਕਿਸੇ ਨੇ ਪੈਸੇ, ਮੇਰੀ ਜਿਹੜੀ ਮਿਹਨਤ ਹੈ ਮੈਨੂੰ ਮਿਲੀ, ਤੇ ਮੈਨੂੰ ਲੱਗਿਆ ਕਿ ਮੈਂ ਫਾਈਨੈਂਸ਼ੀਅਲੀ ਘਰ ਨੂੰ ਸਪੋਰਟ ਕਰ ਸਕਦਾ ਹਾਂ, ਮੈਂ ਉਹਨਾਂ ਨੂੰ ਟਿਊਸ਼ਨਾਂ ਬੱਚਿਆਂ ਨੂੰ ਪੜ੍ਹਾ ਸਕਦਾ ਹਾਂ, ਤੇ ਉਸ ਦੇ ਨਾਲ ਮੇਰੀ ਪੜ੍ਹਾਈ ਦਾ ਵੀ ਖਰਚਾ ਨਿਕਲ ਜਾਏਗਾ। ਫਿਰ ਮੇਰਾ ਸ਼ੁਰੂ ਹੋਇਆ ਸਫ਼ਰ ਕਾਲਜ ਦੇ ਵਿੱਚ। ਕਾਲਜ ਬਿਕੋਜ਼ ਘਰ ਦੇ ਨੇੜੇ ਕੋਈ ਵੀ ਨਹੀਂ ਸੀਗਾ, ਮੈਨੂੰ ਸਰਕਾਰੀ ਕਾਲਜ ਐਸਸੀਡੀ ਦੇ ਵਿੱਚ ਐਡਮਿਸ਼ਨ ਮਿਲੀ ਜੋ ਕਿ ਮੇਰੇ ਘਰ ਤੋਂ 3 ਜਾਂ 4 ਕਿਲੋਮੀਟਰ ਦੂਰ ਸੀ। ਮੈਨੂੰ ਘਰਦਿਆਂ ਨੇ ਟਰਾਈਸਾਈਕਲ ਲੈ ਦਿੱਤੀ ਸੀ, ਮੈਂ ਥੋੜ੍ਹਾ ਜਿਹਾ ਇੰਨਾ ਟਰਾਈਸਾਈਕਲ ਦੇ ਵਿੱਚ ਹੋ ਗਿਆ ਸੀ ਕਿ ਮੈਂ ਟਰਾਈਸਾਈਕਲ ਨੂੰ ਹੁਣ ਚਲਾ ਕੇ ਜਾ ਸਕਦਾ ਸੀ, ਬਟ ਇਹ ਸਫ਼ਰ ਮੇਰੇ ਲਈ ਕੋਈ ਸੌਖਾ ਸਫ਼ਰ ਨਹੀਂ ਹੁੰਦਾ ਸੀਗਾ, ਇਹ ਇੱਕ ਬਹੁਤ ਹੀ ਵੱਡਾ ਸਫ਼ਰ ਸੀ, ਚੜ੍ਹਾਈ ਚੜ੍ਹਾਉਣੀ ਮੈਨੂੰ। ਮੈਂ 7-8 ਪੁਆਇੰਟਾਂ ਦੇ ਉੱਤੇ ਜਾ ਕੇ ਰੁਕਦਾ ਹੁੰਦਾ ਸੀ, ਕਿਤੇ ਮੈਂ ਪਾਣੀ ਪੀਣਾ, ਕਿਤੇ ਮੈਂ ਆਪਣੇ ਦਰਖਤ ਦੇ ਹੇਠਾਂ ਛਾਂ ਦੇ ਵਿੱਚ ਖੜ੍ਹਨਾ, ਤੇ ਜਾਣ ਤੇ ਆਉਣ ਦੇ ਵਿੱਚ ਮੈਨੂੰ ਪ੍ਰੋਬਲਮਸ ਫੇਸ ਹੋਣਦੀਆਂ ਰਹੀਆਂ। ਤੇ ਇਸ ਸਮੇਂ ਦੇ ਦੌਰਾਨ ਮੈਂ ਬਹੁਤ ਸੀਆਂ ਪ੍ਰੋਬਲਮਾਂ ਫੇਸ ਕੀਤੀਆਂ, ਬਿਕੋਜ਼ ਟਰਾਈਸਾਈਕਲ ਦੇ ਉੱਤੇ ਜਾਂਦਾ ਹੁੰਦਾ ਸੀ, ਤੇ ਕਈ ਵਾਰ ਤਾਂ ਕੀ ਹੁੰਦਾ ਸੀਗਾ ਕਿ ਮੇਰੀ ਜਿਹੜੀ ਟਰਾਈਸਾਈਕਲ ਦੇ ਮੋਹਰਲਾ ਪਹੀਆ ਬੈਂਡ ਹੋ ਜਾਂਦਾ ਸੀ, ਟਾਇਰ ਪੜ ਜਾਂਦਾ ਸੀਗਾ, ਤੇ ਮੈਨੂੰ ਕਦੀ ਕੋਈ ਛੱਡਣ ਆ ਰਿਹਾ ਸੀਗਾ, ਕੋਈ ਮੈਨੂੰ ਮੇਰੀ ਟਰਾਈਸਾਈਕਲ ਰਿਪੇਅਰ ਕਰਵਾਉਂਦਾ ਹੁੰਦਾ ਸੀ। ਅਨੇਕਾਂ ਹਾਦਸੇ ਮੇਰੇ ਨਾਲ ਹੁੰਦੇ ਰਹਿੰਦੇ ਸੀ। ਉਹਨਾਂ ਵਿੱਚੋਂ ਇੱਕ ਐਸਾ ਹਾਦਸਾ ਸੀ ਜਿਹਨੇ ਮੇਰੀ ਜ਼ਿੰਦਗੀ ਦੇ ਉੱਤੇ ਬਹੁਤ ਹੀ ਵੱਡਾ ਪ੍ਰਭਾਵ ਪਾਇਆ। ਮੈਂ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੂੰਗਾ। ਉਹ ਕੀ ਸੀਗਾ ਕਿ ਮੈਂ ਕਾਲਜ ਤੋਂ ਜਦੋਂ ਵੀ ਮੈਨੂੰ ਛੁੱਟੀ ਹੁੰਦੀ ਸੀਗੀ, ਤੇ ਆਉਣ ਦੇ ਵਿੱਚ ਟਾਈਮ ਤਾਂ ਜ਼ਿਆਦਾ ਲੱਗਦਾ ਹੁੰਦਾ ਸੀ ਮੈਨੂੰ, ਹੈ ਨਾ, 30 ਤੋਂ 40 ਮਿੰਟ ਦਾ ਮੇਰਾ ਉਹ ਰਸਤਾ ਹੁੰਦਾ ਸੀ ਟਰਾਈਸਾਈਕਲ ਚਲਾਉਣ ਦੇ ਵਿੱਚ। ਤੇ ਮੈਂ ਉਹ ਚੀਜ਼ ਦੇਖਦਾ ਹੁੰਦਾ ਸੀਗਾ ਕਿ ਉੱਥੇ ਨਾ ਇੱਕ ਸ਼ਾਰਟਕਟ ਰਸਤਾ ਹੁੰਦਾ ਸੀਗਾ ਜਿਹੜਾ ਮੈਨੂੰ ਈਜ਼ੀ ਪੈਂਦਾ ਸੀ, ਉਹਦੇ ਵਿੱਚ ਉਤਰਾਈ ਹੁੰਦੀ ਸੀਗੀ, ਤੇ ਮੇਰੀ ਟਰਾਈਸਾਈਕਲ ਉੱਤਰਦੀ ਹੀ ਜਾਂਦੀ ਹੁੰਦੀ ਸੀ ਉਸ ਦੇ ਵਿੱਚੋਂ, ਤੇ ਮੈਨੂੰ ਜ਼ੋਰ ਜ਼ਿਆਦਾ ਨਹੀਂ ਲਗਾਉਣਾ ਪੈਂਦਾ ਸੀ। ਉਹਦਾ ਸਿਰਫ ਇੱਕ ਨੈਗੇਟਿਵ ਪੱਖ ਇਹ ਸੀਗਾ ਕਿ ਮੈਨੂੰ ਇੱਕ ਜੰਗਲ ਜਿਹਦੇ ਵਿੱਚੋਂ ਗੁਜ਼ਰਨਾ ਪੈਂਦਾ ਸੀਗਾ, ਜਿਹਦਾ ਰਾਸਤਾ ਕੱਚਾ ਸੀਗਾ, ਤੇ ਉਹਦੇ ਆਸੇ-ਪਾਸੇ ਖੇਤ ਹੀ ਹੁੰਦੇ ਸੀਗੇ। ਇੱਕ ਵਾਰ ਕੀ ਹੋਇਆ ਕਿ ਮੀਂਹ ਦਾ ਬਹੁਤ ਹੀ ਜ਼ਬਰਦਸਤ ਮੀਂਹ ਪੈ ਰਿਹਾ, ਤੇ ਮੈਂ ਕਿਹਾ ਚਲੋ ਅੱਜ ਮੈਂ ਛੋਟੇ ਰਸਤੇ ਤੋਂ ਚਲਾ ਜਾਂਦਾ ਹਾਂ। ਮੈਂ ਟਰਾਈਸਾਈਕਲ ਛੋਟੇ ਰਸਤੇ ਵੱਲ ਨੂੰ ਪਾ ਲਈ, ਤੇ ਹੋਇਆ ਕਿ ਮੈਂ ਪਾਉਣ ਤੋਂ ਬਾਅਦ ਉਹ ਜਿਹੜੇ ਰਸਤੇ ਵਿੱਚ ਆਇਆ, ਤੇ ਉੱਥੇ ਕੱਚੀ ਮਿੱਟੀ, ਜਿਹੜੀ ਉਹ ਜੰਗਲਾਤ ਦਾ ਸਾਰਾ ਰਾਸਤਾ ਸੀਗਾ, ਉਹ ਚਿੱਕੜ ਬਣ ਚੁੱਕਾ ਸੀਗਾ, ਤੇ ਮੇਰੀ ਟਰਾਈਸਾਈਕਲ ਪੂਰੀ ਤਰ੍ਹਾਂ ਉਹਦੇ ਵਿੱਚ ਫਸ ਗਈ। ਮੈਂ ਉਹਦੇ ਵਿੱਚ ਕੱਢ ਕੇ ਜ਼ੋਰ ਲਾ ਕੇ ਲੈ ਗਿਆ ਅੱਗੇ। ਜਦੋਂ ਮੈਂ ਥੋੜ੍ਹਾ ਅੱਗੇ ਪਹੁੰਚਿਆ, ਤੇ ਮੈਂ ਦੇਖਿਆ ਕਿ 2 ਖੇਤਾਂ ਦੇ ਵਿਚਕਾਰ ਪਾਣੀ ਦੇਣ ਦੇ ਲਈ ਉਹਨਾਂ ਨੇ ਬਹੁਤ ਵੱਡਾ ਖੱਡਾ ਪੱਟਿਆ ਹੋਇਆ, ਤੇ ਮੇਰੀ ਟਰਾਈਸਾਈਕਲ ਦੇ ਬਰਾਬਰ ਦਾ ਖੱਡਾ ਪੱਟਿਆ ਹੋਇਆ ਸੀ। ਮੈਨੂੰ ਲੱਗਦਾ ਸੀਗਾ ਕਿ ਉਹਦੇ ਵਿੱਚ ਤਾਂ ਮੈਂ ਡੁੱਬ ਹੀ ਜਾਊਂਗਾ, ਤੇ ਮੈਂ ਪਿੱਛੇ ਵੀ ਨਹੀਂ ਜਾ ਸਕਦਾ ਸੀਗਾ, ਬਿਕੋਜ਼ ਜਿੱਦਾਂ ਦਾ ਉਹ ਰਸਤਾ ਸੀਗਾ, ਮੈਂ ਕਦੀ ਉਹ ਬੈਕ ਜਾਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਹੁੰਦਾ ਸੀਗਾ, ਉਹ ਬਹੁਤ ਹੀ ਖਤਰਨਾਕ ਸੀਗੀ ਉਹ ਚੀਜ਼ ਮੇਰੇ ਲਈ। ਤੇ ਮੈਂ ਕੀ ਕੀਤਾ, ਮੈਂ ਜ਼ਬਰਦਸਤੀ ਉਹਦੇ ਵਿੱਚ ਟਰਾਈਸਾਈਕਲ ਘੁਸਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਅੱਗੇ ਲੈ ਜਾਵਾਂ, ਬਟ ਮੇਰੀ ਟਰਾਈਸਾਈਕਲ ਤੇ ਮੈਂ ਦੋਵੇਂ ਹੀ ਉਹਦੇ ਵਿੱਚ ਗਿਰ ਗਏ, ਬਿਕੋਜ਼ ਹੈਲਪ ਦੇ ਲਈ ਮੇਰੇ ਕੋਲ ਆਸੇ-ਪਾਸੇ ਕੋਈ ਵੀ ਨਹੀਂ ਸੀਗਾ। ਮੈਂ ਬੜੀ ਮੁਸ਼ਕਿਲ ਦੇ ਨਾਲ ਆਪਣੇ ਆਪ ਨੂੰ ਖੱਡੇ ਵਿੱਚੋਂ ਕੱਢਿਆ, ਮੈਂ ਪੂਰੀ ਤਰ੍ਹਾਂ ਚਿੱਕੜ ਦੇ ਨਾਲ ਲਿਬੜ ਚੁੱਕਾ ਸੀਗਾ। ਟਰਾਈਸਾਈਕਲ ਆਪਣੀ ਬਾਹਰ ਕੱਢੀ, ਤੇ ਮੀਂਹ ਬਹੁਤ ਜ਼ੋਰਾਂ ਨਾਲ ਪੈ ਰਿਹਾ, ਮੈਂ ਥੋੜ੍ਹਾ ਅੱਗੇ ਪਹੁੰਚ ਗਿਆ, ਟਰਾਈਸਾਈਕਲ ਕੱਢ ਲਈ, ਉਹਦੇ 'ਤੇ ਬਹਿ ਗਿਆ। ਜਦੋਂ ਮੈਂ ਵਾਪਸ ਥੋੜ੍ਹਾ ਜਿਹਾ ਹੋਰ ਮੋੜ ਮੁੜਿਆ, ਉਸ ਤੋਂ ਵੀ ਵੱਡਾ ਖੱਡਾ ਇੱਕ ਹੋਰ ਪੱਟ ਕੇ ਰੱਖਿਆ ਹੋਇਆ। ਉਹ ਮੈਂ ਤਾਂ ਸ਼ੌਕਡ ਰਹਿ ਗਿਆ ਦੇਖ ਕੇ, ਹੈਰਾਨ ਕਿ ਮੈਂ ਪਿੱਛੋਂ ਦੀ ਨਿਕਲ ਕੇ ਆਇਆ ਹਾਂ, ਅੱਗੇ ਮੇਰੇ ਇੱਕ ਹੋਰ ਖੱਡਾ ਐਡਾ ਪੱਟਿਆ ਹੋਇਆ। ਬਟ ਉਹ ਕਹਿੰਦੇ ਆ ਨਾ, ਪਰਮਾਤਮਾ ਜੇ ਇੱਕ ਵਾਰੀ ਠੋਕਰ ਲੱਗ ਜਾਂਦੀ ਹੈ ਸਾਨੂੰ, ਤੇ ਸਾਨੂੰ ਦੁਬਾਰਾ ਅਸੀਂ ਉੱਦਾਂ ਦੀ ਸੱਟ ਨਹੀਂ ਖਾਂਦੇ ਹਾਂ। ਮੈਂ ਵੀ ਇੱਦਾਂ ਹੀ ਕੀਤਾ, ਮੈਂ ਕਿਸੇ ਤਰੀਕੇ ਨਾਲ ਉੱਥੋਂ ਦੀ ਆਪਣੀ ਟਰਾਈਸਾਈਕਲ ਕੱਢ ਲਈ, ਮੈਂ ਗਿਰਨ ਨਹੀਂ ਦਿੱਤੀ। ਮੈਂ ਉਤਰਿਆ, ਖੇਤਾਂ ਦੇ ਵਿੱਚੋਂ ਦੀ ਗਿਆ, ਖਿੱਚੀ ਟਰਾਈਸਾਈਕਲ, ਖਿੱਚ ਕੇ ਆਪਣੀ ਮੈਂ ਬਾਹਰ ਕੱਢ ਲਈ, ਤੇ ਮੈਂ ਸੜਕ ਉੱਤੇ ਆ ਗਿਆ। ਤੇ ਮੈਂ ਉੱਪਰ ਪਰਮਾਤਮਾ ਦੇ ਵੱਲ ਦੇਖਿਆ, ਮੈਂ ਰੋਇਆ, ਬਹੁਤ ਜ਼ਿਆਦਾ ਰੋਇਆ ਮੈਂ ਉਦੋਂ।
ਤੇ ਬਾਰਿਸ਼ ਪੈ ਰਹੀ ਸੀ ਉਸ ਵਕਤ। ਮੇਰੇ ਆਂਸੂ ਜਿਹੜੇ ਸੀਗੇ ਅਥਰੂ ਉਹ ਨਹੀਂ ਕਿਸੇ ਨੂੰ ਪਤਾ ਚੱਲ ਰਹੇ ਸੀ। ਫਿਰ ਮੇਰਾ ਮਨ ਕਾਫੀ ਖੁਸ਼ ਵੀ ਹੋਇਆ। ਮੈਂ ਡਿਸਾਈਡ ਕਰ ਲਈ ਉਦੋਂ ਇੱਕ ਚੀਜ਼ ਕਿ ਮੈਂ ਜ਼ਿੰਦਗੀ ਦੇ ਵਿੱਚ ਕਦੀ ਵੀ ਹਾਰ ਨਹੀਂ ਮੰਨਾਂਗਾ। ਮੈਂ ਉਸ ਵਕਤ ਆਪਣੇ ਦਿਮਾਗ ਤੇ ਦਿਲ ਦੇ ਵਿੱਚ ਇਹ ਮੰਨ ਲਈ ਕਿ ਮੈਂ ਹਾਰਨ ਦੇ ਲਈ ਪੈਦਾ ਨਹੀਂ ਹੋਇਆ ਹਾਂ। ਮੇਰੀ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਸੀਬਤ ਆਏ, ਚਾਹੇ ਉਹ ਕੋਈ ਵੀ ਮੇਰੇ ਲਈ ਮੈਨੂੰ ਕੋਈ ਪ੍ਰੋਬਲਮ ਫੇਸ ਕਰਨੀ ਪਵੇ, ਮੈਂ ਇਹ ਮੰਨ ਕੇ ਚੱਲਿਆ ਕਿ ਮੈਂ ਅੱਜ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਕਦੀ ਵੀ ਨੈਗੇਟਿਵ ਨਹੀਂ ਹੋਵਾਂਗਾ, ਪੋਜ਼ਿਟਿਵ ਰਹਾਂਗਾ ਤੇ ਡੈਫੀਨੇਟਲੀ ਮੈਂ ਕੁਛ ਨਾ ਕੁਛ ਤਾਂ ਅਚੀਵ ਕਰਕੇ ਜਾਊਂਗਾ। ਤੇ ਮੇਰੀ ਕਾਲਜ ਦੀ ਪੜ੍ਹਾਈ ਚੱਲਦੀ ਰਹੀ। ਕਾਲਜ ਦੀ ਪੜ੍ਹਾਈ ਦੇ ਵਿੱਚ ਮੈਂ 3 ਵਜੇ ਛੁੱਟੀ ਕਰਕੇ ਜਿੱਦਾਂ ਵਾਪਸ ਆ ਜਾਣਾ। ਮੈਂ ਟਿਊਸ਼ਨਾਂ ਪੜ੍ਹਾਉਣੀਆਂ 4 ਵਜੇ ਤੋਂ ਲੈ ਕੇ 10 ਵਜੇ ਤੱਕ ਮੇਰੇ ਘਰੇ ਟਿਊਸ਼ਨਸ ਚੱਲਦੀਆਂ ਹੁੰਦੀਆਂ ਸੀਗੀਆਂ। ਇਸ ਇੰਸੀਡੈਂਟ ਨੇ ਵੀ ਮੇਰੇ ਉੱਤੇ ਬਹੁਤ ਪ੍ਰਭਾਵ ਪਾਇਆ। ਮੈਨੂੰ ਲੱਗਿਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਐਜੂਕੇਸ਼ਨ ਲਾਈਨ ਦੇ ਨਾਲ ਰਿਲੇਟਡ, ਜਿਹੜੀ ਸਿੱਖਿਆ ਦੇ ਲਾਈਨ ਦੇ ਨਾਲ ਇੰਨੀਆਂ ਪ੍ਰੋਬਲਮਾਂ ਫੇਸ ਕੀਤੀਆਂ ਨੇ, ਮੈਨੂੰ ਇਹ ਮਹਿਸੂਸ ਹੋਇਆ ਕਿ ਜਿਹੜੀਆਂ ਇਹ ਪ੍ਰੋਬਲਮਾਂ ਮੈਂ ਫੇਸ ਕੀਤੀਆਂ ਨੇ, ਇਹੀ ਮੇਰੀ ਤਾਕਤ ਬਣ ਚੁੱਕੀ ਹੈ। ਹੁਣ ਮੈਂ ਇਹ ਡਿਸਾਈਡ ਕਰ ਲਿਆ ਕਿ ਮੈਂ ਐਜੂਕੇਸ਼ਨ ਲਾਈਨ ਦੇ ਵਿੱਚ ਹੀ ਹੁਣ ਕੁਝ ਵੱਡਾ ਕਰਨ ਦੇ ਬਾਰੇ ਸੋਚ ਰਿਹਾ ਹਾਂ। ਮੈਨੂੰ ਜਿਹੜਾ ਆਪਣੇ ਆਪ ਦੇ ਉੱਤੇ ਯਕੀਨ, ਬਹੁਤ ਹੀ ਜ਼ਿਆਦਾ ਟਰਸਟ ਹੋ ਗਿਆ। ਜਿਹੜਾ ਮੈਂ ਆਪਣੇ ਆਪ ਨੂੰ ਉਸ ਚਿੱਕੜ ਦੇ ਵਿੱਚੋਂ, ਉਸ ਖਾਈ ਦੇ ਵਿੱਚੋਂ ਕੱਢ ਲਿਆ, ਮੈਨੂੰ ਇਹ ਮਹਿਸੂਸ ਹੋਣ ਲੱਗ ਪਈ ਗੱਲ ਕਿ ਬਈ ਮੈਂ ਹਾਰਨ ਦੇ ਲਈ ਨਹੀਂ ਬਣਿਆ ਹਾਂ। ਮੈਨੂੰ ਆਪਣੇ ਉੱਤੇ ਫੁੱਲੀ ਟਰਸਟ ਆ ਗਿਆ ਤੇ ਮੈਂ ਡਿਸਾਈਡ ਕੀਤਾ ਕਿ ਮੈਂ ਹੁਣ ਐਜੂਕੇਸ਼ਨ ਲਾਈਨ ਦੇ ਵਿੱਚ ਹੀ ਆਪਣੇ ਆਪ ਨੂੰ ਅੱਗੇ ਲੈ ਕੇ ਜਾਵਾਂਗਾ। ਮੈਂ ਕੀ ਕੀਤਾ, ਮੇਰੀ ਸਟੱਡੀ ਪ੍ਰਾਈਵੇਟ ਕਰ ਲਈ। ਆਉਣ ਵਾਲੇ ਟਾਈਮ ਦੇ ਵਿੱਚ ਮੈਂ ਫੁੱਲੀ ਬੱਚਿਆਂ ਨੂੰ ਟਿਊਸ਼ਨਸ ਦੇਣ ਦਾ ਕੰਮ ਸ਼ੁਰੂ ਕਰ ਲਿਆ ਔਰ ਬੱਚਿਆਂ ਦੇ ਜਿਹੜੇ ਰਿਜ਼ਲਟ ਸੀਗੇ ਉਹ ਬਹੁਤ ਹੀ ਵਧੀਆ ਆਉਣ ਲੱਗ ਪਏ, ਜਿਸ ਵਜ੍ਹਾ ਦੇ ਕਰਕੇ ਜਿਹੜੇ ਬੱਚੇ ਸੀਗੇ, ਮਾਊਥ ਪਬਲਿਸਿਟੀ ਮੇਰੀ ਹੋਣ ਲੱਗ ਪਈ। ਹੋਰ ਆਸੇ-ਪਾਸੇ ਦੇ ਇਲਾਕਿਆਂ ਤੋਂ ਮੇਰੇ ਨੇਮ ਦੇ ਅਕੋਰਡਿੰਗ ਟਿਊਸ਼ਨਸ ਆਉਣ ਲੱਗ ਪਈਆਂ। ਮੇਰੇ ਘਰ ਦੇ ਵਿੱਚ ਟਿਊਸ਼ਨਸ ਕਾਫੀ ਆਉਣ ਲੱਗ ਪਈਆਂ। ਮੈਂ ਸਵੇਰੇ 6 ਵਜੇ ਪੜ੍ਹਾਉਣਾ ਸ਼ੁਰੂ ਕਰਦਾ ਸੀ ਤੇ ਰਾਤ ਦੇ 10 ਵਜੇ ਤੱਕ ਮੇਰੇ ਬੈਚ ਚੱਲਦੇ ਹੁੰਦੇ ਸੀ। ਮੈਂ ਸੋਫੇ ਦੇ ਉੱਤੇ ਬੈਠ ਜਾਣਾ, ਸੋਫੇ ਦੇ ਆਸ-ਪਾਸ ਮੇਰੇ 8 ਬੱਚਿਆਂ ਨੇ ਬੈਠ ਜਾਣਾ। ਮੇਰੀ ਇੰਨੀ ਕੀ ਸਟਰੈਂਥ ਹੁੰਦੀ ਸੀ ਕਿਉਂਕਿ ਘਰ ਦੇ ਵਿੱਚ ਜ਼ਿਆਦਾ ਜਗ੍ਹਾ ਨਹੀਂ ਹੁੰਦੀ ਹੈ। ਮੈਂ 8 ਬੱਚਿਆਂ ਦਾ, 9 ਬੱਚਿਆਂ ਦਾ, 10 ਬੱਚਿਆਂ ਦਾ ਬੈਚ ਬਣਾ ਦੇਣਾ। ਇੱਕ ਤੋਂ ਬਾਅਦ ਦੂਜਾ ਬੈਚ, ਦੂਜੇ ਤੋਂ ਬਾਅਦ ਤੀਜਾ ਬੈਚ, ਮੇਰੇ ਇਹ ਚੱਲਦੇ ਰਹਿੰਦੇ ਸੀ। ਮੈਨੂੰ ਇਹ ਲੱਗਣ ਲੱਗ ਪਿਆ ਕਿ ਉਹਦੇ ਨਾਲ ਮੇਰੀਆਂ ਫਾਈਨੈਂਸ਼ੀਅਲ ਜਿਹੜੀਆਂ ਪ੍ਰੋਬਲਮ ਸੀਗੀਆਂ ਉਹ ਸੋਲਵ ਹੋਣ ਲੱਗ ਪਈਆਂ। ਮੈਂ ਇੱਕ ਸਪੋਰਟਿੰਗ ਹੈਂਡ ਵੀ ਬਣ ਗਿਆ ਘਰ ਦਾ ਆਪਣਾ ਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਕਿ ਮੈਂ ਹੁਣ ਇਸ ਲੈਵਲ ਦੇ ਉੱਤੇ ਆ ਗਿਆ ਹਾਂ ਕਿ ਮੈਂ ਹੁਣ ਕੁਝ ਵੱਡਾ ਵੀ ਕਰ ਸਕਦਾ ਹਾਂ। ਤੇ ਮੈਂ ਕੀ ਕੀਤਾ, ਮੈਂ ਦੇਖਦਾ ਹੁੰਦਾ ਸੀਗਾ ਵੱਡੇ ਵੱਡੇ ਲੋਕ ਇੰਸਟੀਚਿਊਟ ਖੋਲ੍ਹ ਕੇ ਬੈਠੇ ਹੋਏ ਨੇ, ਉਹ ਵੀ ਚਲਾ ਰਹੇ ਨੇ। ਮੈਂ ਉਹਨਾਂ ਦੇ ਬੈਕਗਰਾਊਂਡ ਪੜ੍ਹੇ, ਮੈਂ ਉਹਨਾਂ ਦੇ ਬਾਰੇ ਜਾਣਨਾ ਚਾਹਿਆ ਕਿ ਇਹ ਵੀ ਉਹੀ ਲੋਕ ਸੀ ਜੋ ਘਰਾਂ ਦੇ ਵਿੱਚੋਂ ਪੜ੍ਹਾ ਕੇ ਨਿਕਲੇ ਸੀਗੇ ਤੇ ਅੱਜ ਮੈਂ ਵੀ ਉਸ ਲੈਵਲ ਦੇ ਉੱਤੇ ਆ ਸਕਦਾ ਹਾਂ ਜਿਸ ਲੈਵਲ ਦੇ ਉੱਤੇ ਬੈਠੇ ਹੋਏ ਨੇ। ਮੈਂ ਮੇਨ ਮਾਰਕੀਟ ਪਲੇਸਿਸ ਦੇ ਵਿੱਚ ਮੈਂ ਵੀ ਪਹੁੰਚ ਗਿਆ। ਮੈਂ ਵੀ ਐਜੂਕੇਸ਼ਨ ਲਾਈਨ ਦੇ ਵਿੱਚ ਆ ਕੇ ਆਪਣੇ ਸਰਵਿਸਿਜ਼ ਪ੍ਰੋਵਾਈਡ ਕਰਵਾਉਣ ਲੱਗ ਗਿਆ। ਸ਼ੁਰੂ ਦੇ ਵਿੱਚ ਨੋ ਡਾਊਟਲੀ ਮੈਂ ਖੁਦ ਪੜ੍ਹਾਇਆ। ਮੇਰੇ ਛੋਟੇ ਭਰਾ ਨੇ ਵੀ ਮੇਰਾ ਸਾਥ ਦਿੱਤਾ ਨਾਲ ਪੜ੍ਹਾਉਣ ਦੇ ਵਿੱਚ ਤੇ ਅਸੀਂ ਹੌਲੀ ਕੀ ਥਿੰਗਸ ਹੋਈਆਂ ਕਿ ਸਾਡਾ ਕੰਮ ਚੱਲਣ ਲੱਗ ਪਿਆ। ਸਾਡੇ ਕੋਲ ਬੱਚੇ ਦੂਰੋਂ ਦੀ ਪੜ੍ਹਨ ਆਉਣ ਲੱਗ ਪਏ। ਬੱਸਾਂ ਦੇ ਵਿੱਚ, ਜਿਹੜੇ ਕਾਲਜਾਂ ਦੇ ਵਿੱਚ ਵੱਡੇ ਦੇ ਬੱਚੇ ਪੜ੍ਹਨ ਆਉਂਦੇ ਸੀਗੇ, ਉਹ ਸਾਨੂੰ ਅਪਰੋਚ ਕਰਨ ਲੱਗ ਪਏ। ਸਾਡੇ ਰਿਜ਼ਲਟ ਬਹੁਤ ਅੱਛੇ ਆਉਣ ਲੱਗ ਪਏ। ਮੇਰੇ ਪੜ੍ਹਾਏ ਹੋਏ ਸਟੂਡੈਂਟਸ ਡਾਕਟਰਸ ਵਾਲੀ ਲਾਈਨ ਦੇ ਵਿੱਚ ਚਲੇ ਗਏ, ਇੰਜੀਨੀਅਰਿੰਗ ਵਾਲੀ ਲਾਈਨ ਦੇ ਵਿੱਚ ਚਲੇ ਗਏ ਤੇ ਕੀ ਥਿੰਗਸ ਦੇਖਣ ਨੂੰ ਮਿਲੀਆਂ ਕਿ ਮੇਰੇ ਜਿਹੜੀ ਐਜੂਕੇਸ਼ਨ ਦੀ ਲਾਈਨ ਦੀ ਪਾਵਰ ਸੀ, ਉਹ ਪਾਵਰ ਹੀ ਮੇਰਾ ਹੁਣ ਸਭ ਤੋਂ ਸਟਰੋਂਗ ਪੱਖ ਬਣ ਚੁੱਕੀ ਸੀਗੀ। ਤੇ ਜਿਹੜਾ ਮੈਂ ਇੱਕ ਐਜੂਕੇਸ਼ਨ ਲਾਈਨ ਦੇ ਲਈ ਮੈਂ ਸੋਚ ਰਿਹਾ ਸੀ ਕਿ ਮੈਨੂੰ ਕੋਈ ਤਨਖਾਹ ਉੱਤੇ ਕੰਮ ਉੱਤੇ ਰੱਖੇਗਾ। ਮੈਂ ਇਹ ਸੋਚਦਾ ਹੁੰਦਾ ਸੀ ਕਿ ਮੈਨੂੰ ਕੋਈ ਜਣਾ ਯਾਰ 8 ਤੋਂ 10 ਹਜ਼ਾਰ ਦੀ ਤਨਖਾਹ ਵੀ ਦੇ ਦੂਗਾ। ਤੇ ਮੈਂ ਇਸ ਪੁਆਇੰਟ ਉੱਤੇ ਆ ਗਿਆ ਕਿ ਮੈਂ ਆਪਣੇ ਅੰਡਰ ਟੀਚਰ ਰੱਖਣ ਲੱਗ ਪਿਆ, ਅਧਿਆਪਕ ਰੱਖਣ ਲੱਗ ਪਿਆ ਵੱਡੇ ਸਕੂਲਾਂ ਦੇ, ਜਿਹੜੇ ਮੇਰੇ ਨਾਲ ਮਿਲ ਕੇ ਕੰਮ ਕਰਦੇ ਸੀਗੇ ਤੇ ਉਹ ਮੇਰੇ ਅੰਡਰ ਹੀ ਕੰਮ ਕਰਦੇ ਸੀ। ਤੇ ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਕਿ ਮੈਂ ਜਿਹੜੇ ਪਾਵਰ ਸੀ ਮੇਰੇ ਕੋਲ, ਮੈਨੂੰ ਲੱਗ ਰਿਹਾ ਸੀਗਾ ਕਿ ਮੈਂ ਜ਼ਿੰਦਗੀ ਦੇ ਵਿੱਚ ਅੱਗੇ ਆਊਂਗਾ। ਮੈਨੂੰ ਆਪਣੇ ਆਪ ਉੱਤੇ ਯਕੀਨ ਸੀਗਾ। ਉਹੀ ਹੋਇਆ ਮੇਰੇ ਨਾਲ ਕਿ ਮੈਂ ਆਪਣੇ ਜਿਹੜੇ ਗੋਲਸ ਸੋਚੇ ਹੋਏ ਸੀਗੇ, ਮਿੱਥੇ ਹੋਏ ਸੀ ਮੈਂ ਆਪਣੇ ਗੋਲਸ, ਉਹ ਸਾਰੇ ਗੋਲਸ ਮੈਂ ਆਪਣੇ ਪ੍ਰਾਪਤ ਕਰ ਲਏ। ਤੇ ਮੈਂ ਆਪਣੇ ਸਾਰੇ ਵੀਵਰਸ ਜਿਹੜੇ ਮੈਨੂੰ ਦੇਖ ਰਹੇ ਨੇ, ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਸੀ ਇੱਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਅਸੀਂ ਹਾਰ ਚੁੱਕੇ ਹਾਂ, ਅਸੀਂ ਨਿਰਾਸ਼ ਹੋ ਜਾਂਦੇ ਹਾਂ ਕਿ ਹੁਣ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਬਚਿਆ। ਉਹ ਹਾਰ ਨਹੀਂ ਹੈ। ਹਾਰ ਉਦੋਂ ਹੈ ਜਦੋਂ ਤੁਸੀਂ ਹਾਰ ਮੰਨ ਗਏ, ਜਦੋਂ ਤੁਸੀਂ ਆਪਣੇ ਅੰਦਰ ਦੀ ਹਾਰ ਨੂੰ ਮੰਨ ਗਏ ਕਿ ਤੁਸੀਂ ਹਾਰ ਚੁੱਕੇ ਹੋ, ਫਿਰ ਤੁਸੀਂ ਹਾਰ ਚੁੱਕੇ ਹੋ। ਤੇ ਅਗਰ ਤਾਂ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਦੇ ਹੋ ਤੇ ਤੁਸੀਂ ਵੀ ਬਹੁਤ ਕੁਝ ਕਰ ਸਕਦੇ ਹੋ। ਮੈਂ ਵੀ ਕੀਤਾ ਹੈ, ਮੈਂ ਵੀ ਆਪਣੇ ਟੀਚਿਆਂ ਨੂੰ ਪ੍ਰਾਪਤ ਕੀਤਾ ਹੈ, ਮੈਂ ਵੀ ਆਪਣੇ ਗੋਲਸ ਨੂੰ ਪ੍ਰਾਪਤ ਕੀਤਾ ਹੈ। ਤੁਸੀਂ ਤਾਂ ਫਿਰ ਵੀ ਬਹੁਤ ਕੁਝ ਕਰ ਸਕਦੇ ਹੋ। ਤੁਸੀਂ ਉਹਨਾਂ ਆਪਣੇ ਟੀਚਿਆਂ ਨੂੰ ਨਿਰਧਾਰਿਤ ਕਰੋ, ਉਹਨਾਂ ਦੇ ਉੱਤੇ ਸਖਤ ਮਿਹਨਤ ਕਰੋ, ਤੁਸੀਂ ਵੀ ਉਹ ਸਾਰਾ ਕੁਝ ਪ੍ਰਾਪਤ ਕਰ ਸਕਦੇ ਹੋ ਜੋ ਤੁਸੀਂ ਸੋਚਦੇ ਹੋ ਤੇ ਜੋ ਤੁਸੀਂ ਪਾਣਾ ਚਾਹੁੰਦੇ ਹੋ। ਧੰਨਵਾਦ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।